ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਗੜ ਜੰਪਤੋਲੇ ਦੀ ਮੌਤ। ਇਸ ਹਾਰ ਨਾਲ ਪਹਾੜਾਂ ਵਿੱਚ ਗੁਰੂ ਜੀ ਦੀ ਧਾਂਕ ਬੈਠ ਗਈ ਅਤੇ ਸਿੰਘ ਦੂਰ ਦੂਰ ਤੱਕ ਮਾਰਾਂ ਬਕਾਰਾਂ ਕਰਦੇ ਫਿਰਦੇ। ਗੁਰੂ ਜੀ ਦਾ ਹੁਕਮ ਸੀ ਕਿ ਘਾਹ ਦਾਣਾ ਆਦਿ ਮੁੱਲ ਲਿਆਂਦਾ ਜਾਵੇ, ਪਰ ਜਦ ਈਰਖਾਲੂ ਅਤੇ ਸਿੱਖਾਂ ਦੇ ਸਿੱਖ ਧਰਮ ਦਾ ਖਾਮਖਾਹ ਵਿਰੋਧ ਕਰਨ ਵਾਲੇ ਬਦੋ ਬਦੀ ਸਿੰਘਾਂ ਨੂੰ ਰੋਕਣ 'ਤੇ ਘਾਹ ਦਾਣੇ ਦੇਣ ਤੋਂ ਨਾ ਕਰਦੇ, ਤਾਂ ਸਿੰਘ ਫਿਰ ਸਿੰਘਾਊਪੁਣਾ ਦਿਖਾ ਕੇ ਲੈ ਆਉਂਦੇ। ਪਹਾੜੀਆਂ ਨੇ ਤਾਂ ਜੰਗ ਕਰਕੇ ਮੁਗਲਾਂ ਦੀ ਸ਼ਾਹੀ ਸਹਾਇਤਾ ਪ੍ਰਾਪਤ ਕਰਕੇ ਵੀ ਵੇਖ ਲਿਆ ਸੀ ਕਿ ਗੁਰੂ ਜੀ ਉਹਨਾਂ ਦੀ ਕਦੇ ਹੀ ਨਹੀਂ ਮੰਨਣਗੇ, ਨਾ ਦੱਬਣਗੇ, ਪਰ ਹੁਣ ਭੂੰਡਾਂ ਦੀ ਖੱਖਰ ਨੂੰ ਛੇੜ ਕੇ ਫਿਰ ਆਰਾਮ ਨਾਲ ਕਿਵੇਂ ਬੈਠ ਸਕਦੇ ਸਨ। ਸਿੰਘ ਸ਼ਿਕਾਰ ਖੇਡਣ ਜਾਂਦੇ ਤਾਂ ਹਰ ਥਾਂ 2-4 ਝੜਪਾਂ ਹੋ ਜਾਂਦੀਆਂ ਅਤੇ ਮਰਦੇ ਵੀ, ਪਰ ਮਾਰ ਬਹੁਤਿਆਂ ਨੂੰ ਆਉਂਦੇ। ਰਾਜਿਆਂ ਪਾਸ ਸ਼ਿਕਾਇਤਾਂ ਪਹੁੰਚਣ ਲੱਗੀਆਂ ਕਿ ਸਿੰਘਾਂ ਦਾ ਕੋਈ ਪ੍ਰਬੰਧ ਕਰੋ। ਇਹ ਪਹਾੜੀ ਇਲਾਕੇ ਵਿੱਚ ਘਾਹ ਅਤੇ ਦਾਣਾ ਪੱਠਾ ਲੈਣ ਆਏ ਡਰਦੇ ਨਹੀਂ, ਸਗੋਂ ਮਾਰ ਕੁੱਟ ਜਾਂਦੇ ਹਨ। ਕਈਆਂ ਨੇ ਡਰਾਉਂਦਿਆਂ ਆਪਣੇ ਆਪ ਹੀ ਮੁੱਲ ਲੈ ਕੇ ਚੀਜ਼ ਦੇ ਦੇਣੀ, ਪਰ ਜਿੱਥੇ ਸਿੰਘਾਂ ਦੀ ਗਿਣਤੀ ਥੋੜ੍ਹੀ ਵੇਖ ਕੇ ਬਹੁਤਿਆਂ ਨੇ ਸਿੰਘਾਂ ਨੂੰ ਘੇਰਨ ਜਾਂ ਮਾਰਨ ਦੀ ਕੋਸ਼ਿਸ਼ ਕਰਨੀ, ਤਾਂ ਸਿੰਘਾਂ ਨੇ ਦੂਣਿਆਂ ਅਤੇ ਚੌਣਿਆਂ ਭਜਾਉਣਿਆਂ ਦੀ ਪਰਵਾਹ ਨਾ ਕਰਕੇ ਡਟ ਕੇ ਟਾਕਰਾ ਕਰਨਾ, ਬਹੁਤਿਆਂ ਨੂੰ ਵੀ ਮਾਰ ਭਜਾਉਣਾ। ਤਾਂ ਇਹ ਗੱਲ ਰਾਜਿਆਂ ਪਾਸ ਪਹੁੰਚਣ ਲੱਗੀ ਅਤੇ ਉਹ ਬਹੁਤੇ ਹੀ ਚਿੰਤਾਤੁਰ ਹੋਏ ਕਿ ਹੁਣ ਕੀ ਕੀਤਾ ਜਾਏ। ਉੱਧਰ ਗੁਰੂ ਜੀ ਨੇ ਸ਼ਸਤਰਾਂ ਦੇ ਕਈ ਕਾਰਖਾਨੇ ਖੋਲ੍ਹ ਦਿੱਤੇ ਅਤੇ ਇਲਾਕੇ ਦੇ ਕਾਰੀਗਰ ਲੁਹਾਰਾਂ ਆਦਿਕ ਦੂਣੀਆਂ ਤਲਬਾਂ 'ਤੇ ਕੇ ਚੰਗੇ ਤੇਜ਼ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਉੱਚ ਜਾਤੀਆਂ ਦੇ ਸਤਾਏ ਹੋਏ ਲੋਕ, ਰਾਜਿਆਂ ਦੇ ਸਤਾਏ ਅਤੇ ਬਾਗੀ ਹੋਏ, ਸਰਕਾਰ ਅਤੇ ਹੋਰ ਉਹ ਬਹਾਦਰ ਲੋਕ ਜਿਨ੍ਹਾਂ ਨੂੰ ਬਾਹਰ ਸੁਰੱਖਿਆ ਨਜ਼ਰ ਨਹੀਂ ਸੀ ਆਉਂਦੀ, ਉਹ ਸਭ ਸ੍ਰੀ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਅਤੇ ਅੰਮ੍ਰਿਤ ਛਕ ਛਕ ਕੇ ਸਿੰਘ ਸੱਜਦੇ ਸਨ। ਸੋ ਇਹੋ ਜਿਹੇ ਮਾਰਖੋਰੇ ਸਿੰਘਾਂ ਨੇ ਧੂਮ ਮਚਾ ਛੱਡੀ। ਹਰ ਸਮੇਂ ਕਿਸੇ ਨਾ ਕਿਸੇ ਪਾਸੇ ਦੰਗਾ ਫਸਾਦ ਹੁੰਦਾ ਹੀ ਰਹੇ ਅਤੇ ਰਾਜੇ ਨਿਰਾਸ਼ ਅਤੇ ਲਾਚਾਰ ਹੋ ਕੇ ਸੋਚ ਰਹੇ ਸਨ ਕਿ ਕੀ ਕੀਤਾ ਜਾਏ। ਅਖੀਰ ਭੀਮ ਚੰਦ ਨੇ ਸਭ 22 ਧਾਰ ਦੇ ਰਾਜਿਆਂ ਨੂੰ ਸੁਨੇਹੇ ਭੇਜ ਕੇ ਬਿਲਾਸਪੁਰ ਵਿੱਚ ਵੱਡਾ ਇਕੱਠ ਕੀਤਾ ਅਤੇ ਇਸ ਮਾਮਲੇ 'ਤੇ ਵਿਚਾਰ ਕੀਤੀ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ, ਪਰ ਬਹੁਤਿਆਂ ਨੇ ਸਲਾਹ ਦਿੱਤੀ ਕਿ ਸਭ ਇਕੱਠੇ ਹੋ ਕੇ ਗੁਰੂ ਨਾਲ ਲੜੋ। ਗੁਰੂ ਜੇ ਬਹਾਦਰ ਹੈ ਤਾਂ ਅਸੀਂ ਕਸ਼ੱਤਰੀ ਰਾਜੇ, ਫੌਜਾਂ ਅਤੇ ਰਾਜ ਮਿਲਖਾਂ ਵਾਲੇ ਇੱਕ ਦਾ ਮੁਕਾਬਲਾ ਕਰਨ ਜੋਗੇ ਵੀ ਨਹੀਂ। ਗੁਰੂ ਕੋਲ ਤਾਂ ਨਾਈ, ਸ਼ੀਂਬੇ, ਜੁਲਾਹੇ ਅਤੇ ਹੋਰ ਨੀਚ ਜਾਤਾਂ ਦੇ ਹੀ ਬਹੁਤੇ ਲੋਕ ਹਨ, ਜਿਹੜੇ ਨਾ ਲੜਾਈ ਜਾਣਨ, ਨਾ ਲੜਾਈ ਦੇ ਢੰਗਾਂ ਨੂੰ। ਇਸ ਲਈ ਹੁਣ ਤਾਂ ਜੇ ਬਚਣਾ ਹੈ ਤਾਂ ਆਪ ਹੀ ਬਹਾਦਰਾਂ ਵਾਂਗ ਲੜਨਾ ਪਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਸਿੰਘ ਸਾਥੋਂ ਸਾਡੇ ਰਾਜ ਵੀ ਖੋਹ ਲੈਣਗੇ। ਇਹਨਾਂ ਸਲਾਹਾਂ ਵਿੱਚ ਸਭ ਰਜ਼ਾਮੰਦ ਹੋਣ ਲੱਗੇ। ਵੱਧ ਤੋਂ ਵੱਧ ਹਥਿਆਰ ਅਤੇ ਸਮਾਨ ਇਕੱਠਾ ਕਰਨ ਲੱਗ ਪਏ। ਸਾਰੇ ਰਾਜ ਹੀ ਇਹਨਾਂ ਤਿਆਰੀਆਂ ਵਿੱਚ ਜੁਟ ਪਏ। ਦਿਨ ਮੁਕਰਰਾ ਤੱਕ ਸਭ ਰਾਜੇ ਅਤੇ ਉਹਨਾਂ ਦੇ ਫੌਜਦਾਰ ਫੌਜਾਂ ਲੈ ਕੇ ਆ ਗਏ ਅਤੇ ਕੋਈ 20 ਕੁ ਹਜ਼ਾਰ ਤੱਕ ਸਾਰੀ ਫੌਜ ਹੋ ਗਈ, ਪਰ ਗੁਰੂ ਕੇ ਸਿੰਘਾਂ ਦੀ ਗਿਣਤੀ ਕੇਵਲ 7000 ਦੇ ਲਗਭਗ ਹੀ ਸੀ। ਪਹਾੜੀ ਰਾਜਿਆਂ ਨੇ ਜਮਤੁੱਲੇ ਨਾਮੀ ਰੰਗੜ ਸਰਦਾਰ ਨੂੰ ਵੀ ਆਪਣੀ ਮਦਦ ਲਈ ਬੁਲਾ ਲਿਆ, ਜੋ ਹਜ਼ਾਰਾਂ ਹੀ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਸਮੇਤ ਉਹਨਾਂ ਨਾਲ ਆ ਰਲਿਆ। ਪੂਰੀ ਤਿਆਰੀ ਕਰਕੇ ਰਾਜਿਆਂ ਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਤਾਂ ਸਾਡੀ ਪ੍ਰਜਾ ਬਣ ਕੇ ਰਹਿਣਾ ਹੈ ਤਾਂ ਇੱਥੇ ਰਹੋ, ਨਹੀਂ ਤਾਂ ਇੱਥੋਂ ਕੂਚ ਕਰ ਜਾਓ। ਅਸਾਂ ਤੁਹਾਡੇ ਫਸਾਦੀ ਸਿੰਘਾਂ ਨੂੰ ਹੁਣ ਖਰੂਦ ਕਰਦੇ ਹੋਰ ਨਹੀਂ ਦੇਖਣਾ ਅਤੇ ਰੋਜ਼ ਰੋਜ਼ ਦੀ ਮਾੜੀ ਗੱਲ ਹੁਣ ਮੁਕਾ ਕੇ ਛੱਡਣੀ ਹੈ। ਸੋ ਜੇ ਅਮਨ ਅਮਾਨ ਨਾਲ ਰਹਿਣਾ ਹੈ, ਸਾਡੀ ਪ੍ਰਜਾ ਬਣ ਕੇ ਸਾਨੂੰ ਲਿਖ ਘੱਲੋ ਅਤੇ ਮੇਲ ਕਰ ਲਵੋ, ਨਹੀਂ ਤਾਂ ਅਸੀਂ ਤੁਹਾਨੂੰ ਕੱਢ ਕੇ ਜਾਂ ਮਾਰ ਕੇ ਫਤਿਹ ਕਰਕੇ ਹੀ ਮੁੜਾਂਗੇ। ਇਹ ਨਾ ਖਿਆਲ ਕਰਨਾ ਕਿ ਇਕੱਲੇ ਅਸੀਂ ਹੀ ਹਾਂ, ਸਗੋਂ ਬਾਦਸ਼ਾਹੀ ਫੌਜਾਂ ਵੀ ਆ ਰਹੀਆਂ ਹਨ। ਗੁਰੂ ਜੀ ਨੇ ਜਵਾਬ ਦਿੱਤਾ,
ਪਰਜਾ ਤਾਂ ਅਸੀਂ ਅਕਾਲ ਪੁਰਖ ਦੀ ਬਣ ਕੇ ਰਹਿਣਾ ਹੈ। ਬਾਕੀ ਹੋਰ ਸਾਨੂੰ ਕਿਸੇ ਦਾ ਡਰ ਨਹੀਂ। ਅਸੀਂ ਆਪਣੇ ਜਰ ਖਰੀਦ ਨਗਰ ਵਿੱਚ ਰਹਿੰਦੇ ਹਾਂ, ਤੁਹਾਡਾ ਕੁਝ ਨਹੀਂ ਲੈਂਦੇ। ਤੁਸੀਂ ਲੋਕ ਆਪ ਹੀ ਛੇੜਾਂ ਛੇੜਦੇ ਹੋ, ਮਗਰੋਂ ਆਪ ਨੇਕ ਤੇ ਦੂਜੇ ਨੂੰ ਫਸਾਦੀ ਬਣਾਉਂਦੇ ਹੋ। ਪਰ ਯਾਦ ਰੱਖੋ, ਅਸਾਂ ਨਾ ਤੁਹਾਡੀ ਈਨ ਮੰਨਣੀ ਹੈ, ਨਾ ਤੁਹਾਡੀ ਪ੍ਰਜਾ ਬਣਨਾ ਹੈ, ਨਾ ਸ਼ਾਹੀ ਲਸ਼ਕਰ ਦਾ ਹੀ ਸਾਨੂੰ ਕੋਈ ਡਰ ਹੈ। ਅਮਨ ਰੱਖਣਾ ਤੁਹਾਡੇ ਹੱਥ ਹੈ, ਸਾਡੇ ਨਹੀਂ। ਜੇ ਚਾਹੁੰਦੇ ਹੋ ਤਾਂ ਤੇਗ ਦਾ ਬਲ ਦਿਖਾਓ ਤੇ ਦੇਖੋ। ਚੰਗਾ ਤਾਂ ਇਹੀ ਸੀ ਕਿ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਸਹਾਇਤਾ ਨਾਲ ਤੁਸੀਂ ਜ਼ੁਲਮ ਵਿਰੁੱਧ ਲੜਦੇ, ਉਸ ਹਿੰਦੂ ਧਰਮ ਦੇ ਦੁਸ਼ਮਣ ਨਾਲ ਲੜਦੇ ਜਿਸ ਨੇ ਤੁਹਾਡੇ ਧਰਮ ਨੂੰ ਮੇਟਣ ਦਾ ਬੀੜਾ ਚੁੱਕਿਆ ਹੋਇਆ ਹੈ। ਪਰ ਤੁਸੀਂ ਆਪਣੇ ਹਮਦਰਦਾਂ ਤੇ ਧਰਮ ਦੀ ਰਾਖੀ ਕਰਨ ਵਾਲਿਆਂ ਨਾਲ ਹੀ ਉਲਟਾ ਲੜਨਾ ਚਾਹੁੰਦੇ ਹੋ। ਇਹ ਕਿੰਨੇ ਸ਼ੌਕ ਦੀ ਗੱਲ ਹੈ, ਪਰ ਸਾਨੂੰ ਪਤਾ ਹੈ ਕਿ ਤੁਸੀਂ ਮਰਦ ਨਹੀਂ ਹੋ, ਕਸ਼ਤਰੀ ਨਹੀਂ ਹੋ, ਗੁਲਾਮ ਹੋ ਤੇ ਧੀਆਂ ਭੈਣਾਂ ਦੇ ਡੋਲੇ ਪੇਸ਼ ਕਰਕੇ ਆਪਣੇ ਰਾਜ ਭਾਗ ਨੂੰ ਕਾਇਮ ਰੱਖਣ ਵਾਲੇ ਨਲਾਇਕ ਤੇ ਬੁਜ਼ਦਿਲ ਕਸ਼ਤਰੀ ਹੋ। ਇਸ ਲਈ ਤੁਹਾਡੇ ਵਰਗੇ ਲੋਭੀਆਂ, ਖੁਸ਼ਾਮਦੀਆਂ ਗੁਲਾਮਾਂ ਤੇ ਹਕੂਮਤ ਦੇ ਪਿੱਠੂਆਂ ਨੂੰ ਕੀ ਪਤਾ ਕਿ ਸੱਚਾ ਧਰਮ ਕੀ ਚੀਜ਼ ਹੈ। ਇਸ ਲਈ ਦੇਰ ਨਾ ਕਰੋ, ਅਸੀਂ ਤਿਆਰ ਹਾਂ। ਧਰਮ ਦੇ ਦੋਖੀਆਂ ਨਾਲ ਟੱਕਰ ਲੈਣੀ ਹੀ ਸਾਡਾ ਧਰਮ ਹੈ ਤੇ ਕੁਦਰਮੀਆਂ ਦੀ ਈਨ ਸਾਡੇ ਲਈ ਹਰਾਮ ਹੈ। ਇਹ ਸੁਪਨੇ ਵਿੱਚ ਵੀ ਨਾ ਖਿਆਲ ਨਾ ਕਰੋ ਕਿ ਗੁਰੂ ਗੋਬਿੰਦ ਸਿੰਘ ਤੁਹਾਡੀ ਈਨ ਮੰਨੇਗਾ। ਰਾਜਿਆਂ ਨੂੰ ਕਰਾਰਾ ਤੇ ਸੱਚਾ ਕੋਰਾ ਲੋਹੇ ਵਰਗਾ ਉੱਤਰ ਮਿਲਿਆ ਤਾਂ ਉਹ ਸੜ ਬਲ ਕੇ ਕੋਲਾ ਹੋ ਗਏ। ਗੁਰੂ ਜੀ ਨੇ ਉੱਤਰ ਭੇਜਦੇ ਹੀ ਸਭ ਸਿੰਘਾਂ ਵਿੱਚ ਕੋਲਾ ਬਰੂਦ ਵਰਤਾ ਦਿੱਤਾ। ਸਭੇ ਪਿਆਰਿਆਂ ਤੇ ਭਾਈ ਦਇਆ ਸਿੰਘ ਦੀ ਕਮਾਨ ਹੇਠ ਲੋਹਗੜ੍ਹ ਦਾ ਕਿਲ੍ਹਾ ਸੰਭਾਲ ਦਿੱਤਾ ਤੇ ਫਤਿਹਗੜ੍ਹ ਕਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸੌਂਪ ਦਿੱਤਾ। ਆਪ ਗੁਰੂ ਜੀ ਆਨੰਦਗੜ੍ਹ ਦੇ ਕਿਲ੍ਹੇ ਵਿੱਚ ਤਿਆਰ ਬਰ ਤਿਆਰ ਹੋ ਬੈਠੇ। ਇੰਨੇ ਨੂੰ ਪਹਾੜੀ ਦਲ ਬਿਲਕੁਲ ਨੇੜੇ ਆਣ ਟੁੱਕਾ। ਦੁਸ਼ਮਣ ਨੂੰ ਨੇੜੇ ਆਏ ਦੇਖ ਕੇ ਭਾਈ ਉਦੇ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਨ ਵਿੱਚ 4000 ਸਿੰਘਾਂ ਨੇ ਕਿਲ੍ਹੇ ਵਿੱਚੋਂ ਨਿਕਲ ਕੇ ਅੱਗੇ ਵੱਧ ਕੇ ਪਹਾੜੀ ਫੌਜਾਂ 'ਤੇ ਹਮਲਾ ਕਰ ਦਿੱਤਾ ਤੇ ਘਮਸਾਨ ਦਾ ਜੰਗ ਸ਼ੁਰੂ ਹੋ ਗਿਆ। ਤੀਰਾਂ ਗੋਲੀਆਂ ਦੀ ਵਰਖਾ ਹੋਣ ਲੱਗੀ। ਸਿੰਘ ਇੰਨੇ ਵਧੇ ਕਿ ਭਾਈ ਉਦੇ ਸਿੰਘ, ਆਲਮ ਸਿੰਘ, ਬਚਿੱਤਰ ਸਿੰਘ ਆਦਿ ਯੋਧਿਆਂ ਨੇ ਅਗਲੇ ਪਹਾੜੀ ਫੌਜਾਂ ਦੇ ਮੋਰਚਿਆਂ ਵਿੱਚ ਦਾਖਲ ਹੋ ਕੇ ਹੱਲਾ ਹੂਲ ਮਚਾ ਦਿੱਤੀ। ਜਮਤੁੱਲਾ ਜੋ ਰੰਗੜਾਂ ਦਾ ਸਰਦਾਰ ਸੀ, ਪਹਾੜੀ ਰਾਜਿਆਂ ਦਾ ਤੇਜ ਕੀਤਾ ਤੇ ਜੋਸ਼ ਵਿੱਚ ਲਿਆਂਦਾ ਇਸ ਸਮੇਂ ਅੱਗੇ ਵੱਧ ਕੇ ਡਾਢਾ ਭਿੜਿਆ। ਇਸ ਨੇ ਬੜੇ ਸਿੰਘਾਂ ਨੂੰ ਸ਼ਹੀਦ ਕੀਤਾ। ਜਮਤੁੱਲੇ ਨੂੰ ਵਾਧਾ ਦੇ ਕੇ ਪਹਾੜੀਏ ਵੀ ਪੂਰਾ ਜ਼ੋਰ ਲਾ ਕੇ ਅੱਗੇ ਵਧੇ ਤੇ ਇਸ ਸਮੇਂ ਇੱਕ ਵਾਰ ਸਿੰਘਾਂ ਦੇ ਪੈਰ ਹਿੱਲ ਗਏ। ਇਹ ਵੇਖ ਕੇ ਝੱਟ ਹੀ ਲੋਹਗੜ੍ਹ ਵੱਲੋਂ ਭਾਈ ਉਦੇ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਬਹਾਦਰ ਸਿੰਘਾਂ ਸਮੇਤ ਦੂਜੇ ਪਾਸਿਓਂ ਹਟ ਕੇ ਇਸ ਮੋਰਚੇ ਵੱਲ ਧਾਈ ਕਰਕੇ ਆ ਪਏ। ਸੋ ਐਸੀ ਜੰਮ ਕੇ ਲੜਾਈ ਹੋਈ ਕਿ ਲਹੂ ਦੇ ਪਰਨਾਲੇ ਵਗ ਪਏ, ਲੋਥ ਤੇ ਲੋਥ ਚੜ੍ਹ ਗਈ। ਭਾਈ ਉਦੇ ਸਿੰਘ ਦੀ ਮਦਦ ਲਈ ਕਿਲ੍ਹੇ ਵਿੱਚੋਂ ਗੁਰੂ ਜੀ ਦੇ ਤੀਰ ਵੀ ਇਸ ਪਾਸੇ ਬੜੀ ਤੇਜ਼ੀ ਨਾਲ ਆ ਰਹੇ ਸਨ। ਬਹਾਦਰ ਭਾਈ ਉਦੇ ਸਿੰਘ ਤਾਂ ਤੀਰ ਚਲਾਉਂਦੇ ਜਮਤੁੱਲੇ ਦੇ ਨੇੜੇ ਪੁੱਜੇ ਤੇ ਉਸਦੇ ਮੋਟੇ ਤੇ ਪੱਲੇ ਹੋਏ ਸਰੀਰ ਨੂੰ ਤੀਰ ਮਾਰ ਕੇ ਵਿੰਨ੍ਹ ਦਿੱਤਾ ਤੇ ਉਸ ਨੂੰ ਰਣ ਮੈਦਾਨ ਵਿੱਚ ਢੇਰੀ ਕਰ ਦਿੱਤਾ। ਗੁੱਜਰ ਤੇ ਪਹਾੜੀਆਂ ਨੇ ਇਸ ਸਮੇਂ ਜਮਤੁੱਲੇ ਦੀ ਲੋਥ ਚੁੱਕਣ ਲਈ ਬੜਾ ਜ਼ੋਰ ਲਾਇਆ, ਪਰ ਸਿੰਘ ਵੀ ਅੜ ਗਏ ਕਿ ਲੋਥ ਚੁੱਕਣ ਨਹੀਂ ਦੇਣੀ। ਇਸ ਸਮੇਂ ਭਾਰਾ ਜੰਗ ਹੋਇਆ ਤੇ ਲੜਦੇ ਲੜਦੇ ਦਿਨ ਛਿਪ ਗਿਆ ਤਾਂ ਦੋਵੇਂ ਪਾਸਿਆਂ ਦੇ ਬਹਾਦਰ ਪਿੱਛੇ ਪਿੱਛੇ ਹੋ ਗਏ, ਮੋਰਚਿਆਂ ਵਿੱਚ ਜਾ ਬੈਠੇ ਤੇ ਲੜਾਈ ਬੰਦ ਹੋ ਗਈ। ਹਨੇਰਾ ਹੀ ਹਨੇਰਾ ਹੋ ਗਿਆ। ਰਾਤ ਲੰਘ ਗਈ, ਦਿਨ ਚੜ੍ਹੇ, ਫਿਰ ਜੰਗ ਸ਼ੁਰੂ ਹੋ ਗਈ। ਪਹਾੜੀ ਰਾਜਿਆਂ ਵਿੱਚ ਕੇਵਲ ਮੰਡੀਵਾਲਾ ਤੇ ਇੱਕ ਦੋ ਹੋਰ ਰਾਜੇ ਸਨ ਜੋ ਗੁਰੂ ਘਰ ਦੀ ਅਜ਼ਮਤ ਦੇ ਕਾਇਲ ਸਨ ਤੇ ਜੰਗ ਨਹੀਂ ਚਾਹੁੰਦੇ ਸਨ। ਪਰ ਕੇਸਰੀ ਚੰਦ ਤੇ ਇੱਕ ਦੋ ਹੋਰ ਰਾਜਿਆਂ ਦੀਆਂ ਗੱਲਾਂ ਭਾਈਚਾਰੇ ਦਾ ਬੰਧਨ ਪਾ ਕੇ ਕਿਸੇ ਨੂੰ ਵੀ ਪਿੱਛੇ ਨਹੀਂ ਸਨ ਹੋਣ ਦਿੰਦੀਆਂ। ਦੂਜੇ ਦਿਨ ਲੋਹ ਲੱਗਦੇ ਹੀ ਪਹਾੜੀ ਸੈਨਾ ਫਿਰ ਅੱਗੇ ਵਧੀ ਤੇ ਕਿਲ੍ਹਿਆਂ ਦੇ ਨੇੜੇ ਆਣ ਢੁੱਕੀ। ਗੁਰੂ ਜੀ ਨੇ ਰਾਤ ਸਮੇਂ ਕਿਲ੍ਹਿਆਂ ਦੀਆਂ ਬੁਰਜੀਆਂ ਉੱਤੇ ਤੋਪਾਂ ਤੇ
ਰਹਿਕਲੇ ਫਿੱਟ ਕਰਵਾ ਦਿੱਤੇ ਸਨ। ਤੇ ਹੁਣ ਜਦ ਪਹਾੜੀਏ ਅੱਗੇ ਵਧੇ ਆਉਂਦੇ, ਉਹਨਾਂ ਦੀ ਮਾਰ ਥੱਲੇ ਠੀਕ ਦੇਖੇ ਤਾਂ ਝੱਟ ਹੀ ਤੋਪਾਂ ਤੇ ਰਹਿਕਲਿਆਂ ਛੋਟੀਆਂ ਤੋਪਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਜਿਹੜੇ ਤੋਪਾਂ ਦੀ ਮਾਰ ਤੋਂ ਅੱਗੇ ਵੱਧ ਆਏ ਸਨ, ਉਹ ਸਿੰਘਾਂ ਦੀਆਂ ਬੰਦੂਕਾਂ ਤੇ ਤੀਰਾਂ ਦਾ ਸ਼ਿਕਾਰ ਹੋਣ ਲੱਗੇ। ਇੱਕ ਅੱਧ ਘੰਟੇ ਵਿੱਚ ਹੀ ਪਹਾੜੀਏ ਹਜ਼ਾਰਾਂ ਸਿਪਾਹੀ ਮਰਵਾ ਕੇ ਪਿੱਛੇ ਹਟ ਗਏ ਕਿ ਗੁਰੂ ਕੋਲ ਤੋਪਾਂ ਕਿੱਥੋਂ ਆ ਗਈਆਂ। ਸਾਨੂੰ ਪਤਾ ਹੁੰਦਾ ਤਾਂ ਅਸੀਂ ਵੀ ਤੋਪਾਂ ਲੈ ਆਉਂਦੇ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ ਨੇ ਕਈ ਵਾਰ ਜਿੱਧਰ ਤੋਪਾਂ ਨਹੀਂ ਸਨ, ਉਸ ਪਾਸਿਓਂ ਅੱਗੇ ਵਧਣ ਦਾ ਯਤਨ ਕੀਤਾ, ਪਰ ਸਿੰਘ ਕਿਹੜਾ ਘੱਟ ਸਨ, ਉਹ ਵੀ ਉਸ ਪਾਸੇ ਤੋਪਾਂ ਦਾ ਮੂੰਹ ਕਰ ਦਿੰਦੇ ਤੇ ਪਹਾੜੀਆਂ ਨੂੰ ਮਾਰ ਖਾ ਕੇ ਪਿੱਛੇ ਹਟਣਾ ਪੈਂਦਾ। ਅੱਜ ਦੂਜਾ ਦਿਨ ਸੀ, ਪਰ ਇਹ ਵੀ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ। ਹਨੇਰਾ ਹੋਣ ਤੇ ਚੁੱਪ-ਚਾਪ ਹੋ ਗਈ। ਦੋਵੇਂ ਪਾਸੇ ਮੋਰਚਿਆਂ ਵਿੱਚ ਚਲੇ ਗਏ। ਮੋਰਚਿਆਂ ਵਿੱਚੋਂ ਨਿਸ਼ਾਨੀ ਵਜੋਂ ਕੋਈ ਗੋਲੀ ਚੱਲ ਰਹੀ ਸੀ ਕਿ ਮੋਰਚੇ ਕਾਇਮ ਹਨ, ਇਹ ਦੱਸਣ ਲਈ। ਪਹਾੜੀਏ ਜੋ ਚਾਹੁੰਦੇ ਸਨ ਉਹ ਹੁੰਦਾ ਨਹੀਂ ਸੀ, ਸਗੋਂ ਉਹਨਾਂ ਦਾ ਨੁਕਸਾਨ ਵਧੇਰੇ ਹੋ ਰਿਹਾ ਸੀ। ਇਹੋ ਸੋਚਾਂ ਸਾਰੀ ਰਾਤ ਸੋਚਦੇ ਰਹੇ ਤੇ ਅਖੀਰ ਤੀਜੇ ਦਿਨ ਲਈ ਖਾਸ ਪ੍ਰੋਗਰਾਮ ਬਣਾ ਲਿਆ। ਦੁਨੀ ਚੰਦ ਦਾ ਨੱਸਣਾ ਤੇ ਭਾਈ ਬਚਿੱਤਰ ਸਿੰਘ ਦੀ ਬਹਾਦਰੀ। ਪਹਾੜੀ ਰਾਜਿਆਂ ਨੇ ਸਲਾਹ ਪਕਾਈ ਸੀ ਕਿ ਸਵੇਰੇ ਹੀ ਇੱਕ ਹਾਥੀ ਨੂੰ ਲੋਹੇ ਨਾਲ ਮੜ ਕੇ, ਸ਼ਰਾਬ ਪਿਲਾ ਕੇ, ਬਦਮਸਤ ਕਰਕੇ ਗੁਰੂ ਜੀ ਦੇ ਖਾਸ ਕਿਲ੍ਹੇ ਆਨੰਦਗੜ੍ਹ ਭੇਜ ਕੇ ਉਸ ਤੋਂ ਟੱਕਰਾਂ ਮਰਵਾ ਕੇ ਕਿਲ੍ਹੇ ਦਾ ਦਰਵਾਜ਼ਾ ਤੁੜਵਾਇਆ ਜਾਵੇ। ਇਸ ਅਨੁਸਾਰ ਉਹਨਾਂ ਦੀ ਕਦਾਵਰ ਤੇ ਬਹੁਤ ਜ਼ੋਰ ਵਾਲੇ ਹਾਥੀ ਨੂੰ ਇਸ ਕੰਮ ਲਈ ਦਿਨ ਚੜ੍ਹਦੇ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ ਤੇ ਮੱਥੇ ਉੱਤੇ 6-7 ਤਵੀਆਂ ਬੰਨ੍ਹ ਕੇ ਟੱਕਰਾਂ ਮਾਰਨ ਲਈ ਤਿਆਰ ਕੀਤਾ ਜਾ ਰਿਹਾ ਸੀ ਕਿ ਇਹ ਖਬਰ ਸਿੰਘ ਸੂਹੀਆਂ ਨੂੰ ਮਿਲੀ ਤੇ ਉਹਨਾਂ ਨੇ ਸਤਿਗੁਰੂ ਜੀ ਤੱਕ ਪਹੁੰਚਾ ਦਿੱਤੀ। ਸਤਿਗੁਰੂ ਜੀ ਨੇ ਖਬਰ ਸੁਣਦੇ ਹੀ ਕਿਹਾ, ਕਿਉਂ ਚਿੰਤਾ ਕਰਦੇ ਹੋ? ਸਾਡੇ ਪਾਸ ਵੀ ਹਾਥੀ ਹੈ, ਅਸੀਂ ਉਸ ਨੂੰ ਮੁਕਾਬਲੇ 'ਤੇ ਭੇਜਾਂਗੇ। ਗੁਰੂ ਕਾ ਹਾਥੀ ਕੌਣ ਸੀ? ਇਹ ਉਹਨਾਂ ਦੇ ਸਾਹਮਣੇ ਹੀ ਖੜਾ ਦੁਨੀ ਚੰਦ ਮਸੰਦ ਸੀ, ਜੋ ਹਾਥੀ ਵਾਂਗ ਬਹੁਤ ਹੀ ਮੋਟਾ ਤਾਜ਼ਾ ਸੀ। ਮਸੰਦਾਂ ਨੂੰ ਸਜ਼ਾਵਾਂ ਦੇਣ ਸਮੇਂ ਇਸ ਨੂੰ ਗੁਰੂ ਜੀ ਨੇ ਬਖਸ਼ ਦਿੱਤਾ ਸੀ। ਇਹ ਪਰਮ ਸਿੱਖ ਭਾਈ ਸਾਹਲੋ ਜੀ ਦਾ ਪੋਤਰਾ ਸੀ, ਜੋ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਵੱਡਾ ਗੁਰਸਿੱਖ ਸੇਵਕ ਹੋ ਗੁਜ਼ਰਿਆ ਸੀ। ਦੁਨੀ ਚੰਦ ਇਸ ਸਮੇਂ ਮਾਝੇ ਦੇ ਇਲਾਕੇ ਦਾ ਮਸੰਦ ਸੀ। ਇਹ ਇਲਾਕੇ ਵਿੱਚ ਚੰਗੇ ਸਤਿਕਾਰ ਵਾਲਾ ਸੀ। ਕੁਝ ਦਿਨ ਹੀ ਹੋਏ ਜੰਗਾਂ ਯੁੱਧਾਂ ਦੀਆਂ ਖਬਰਾਂ ਸੁਣ ਕੇ ਇਹ ਮਾਝੇ ਤੋਂ 200-250 ਸਿੰਘ ਨਾਲ ਲਿਆਇਆ ਸੀ, ਪਰ ਆਰਾਮ ਤਲਬ ਸੀ ਤੇ ਖਾਣ ਪੀਣ ਖੁੱਲ੍ਹਾ ਸੀ। ਸਰੀਰ ਭਾਵੇਂ ਮੋਟਾ ਤਾਜ਼ਾ ਸੀ, ਪਰ ਅੰਦਰ ਦਿਲ ਮੋਟਾ ਤਾਜ਼ਾ ਤੇ ਬਹਾਦਰ ਨਹੀਂ ਸੀ। ਗੁਰੂ ਜੀ ਨੇ ਤਾਂ ਇਸ ਦੀ ਵਡਿਆਈ ਹੋਣ ਦਾ ਮੌਕਾ ਦਿੱਤਾ ਸੀ, ਪਰ ਵਡਿਆਈ ਹਰ ਇੱਕ ਨੂੰ ਨਹੀਂ ਪ੍ਰਾਪਤ ਹੁੰਦੀ ਤੇ ਕਈ ਵਾਰੀ ਬਣੀ ਬਣਾਈ ਪਲ ਰਤਾ ਕੋ ਖੁੰਝ ਕੇ ਹੀ ਮਨੁੱਖ ਆਪਣਾ ਆਪ ਗਵਾ ਬੈਠਦਾ ਹੈ। ਇਹੋ ਹਾਲ ਦੁਨੀ ਚੰਦ ਦਾ ਹੋਇਆ। ਜਿਉਂ ਹੀ ਗੁਰੂ ਜੀ ਨੇ ਬਚਨ ਕਰਕੇ ਉਸ ਨੂੰ ਸਾਡਾ ਹਾਥੀ ਕਿਹਾ, ਉਸ ਦੀ ਖਾਨਿਓਂ ਗਈ। ਗੁਰੂ ਜੀ ਮੈਨੂੰ ਮਰਵਾਉਣਾ ਚਾਹੁੰਦੇ ਹਨ। ਇਹ ਖਿਆਲ ਉਹ ਕਈਆਂ ਨਾਲ ਪ੍ਰਗਟਾਉਂਦਾ ਉਸੇ ਵੇਲੇ ਉੱਥੇ ਜਾ ਪੁੱਜਾ ਜਿੱਥੇ ਉਸ ਦੇ ਨਾਲ ਆਏ ਸਿੰਘਾਂ ਦਾ ਡੇਰਾ ਸੀ। ਉਹਨਾਂ ਨੂੰ ਜਾਂਦੇ ਹੀ ਕਹਿਣ ਲੱਗਾ, ਮੈਂ ਗਲਤੀ ਕੀਤੀ, ਤੁਹਾਨੂੰ ਨਾਲ ਲੈ ਆਇਆ। ਇੱਥੋਂ ਕੋਈ ਵੀ ਬਚ ਕੇ ਨਹੀਂ ਜਾਏਗਾ। ਅੱਜ ਕਿਲ੍ਹੇ ਦਾ ਦਰਵਾਜ਼ਾ ਟੁੱਟਦੇ ਹੀ ਅਸੀਂ ਫੜੇ ਜਾਵਾਂਗੇ। ਇਸ ਲਈ ਦੇਰ ਨਾ ਕਰੋ, ਨਿਕਲ ਚੱਲੋ ਜੇ ਬਚਣਾ ਹੈ। ਸਤਿਕਾਰ ਵਾਲਾ ਮਸੰਦ ਸੀ। ਸਿੰਘ ਜੋ ਉਸ ਦੇ ਨਾਲ ਆਏ ਸਨ, ਉਹ ਉਸ ਦੇ ਅਸਰ ਹੇਠ ਸਨ, ਇਸ ਲਈ ਉਹ ਨਾ ਕਰ ਸਕੇ, ਪਰ ਕਹਿਣ ਲੱਗੇ, ਜਾਓਗੇ ਕਿੱਥੋਂ? ਦਰਵਾਜ਼ਾ ਤਾਂ ਬੰਦ ਹੈ। ਕੋਈ ਗੱਲ ਨਹੀਂ, ਕੰਧ ਟੱਪ ਚੱਲੋ, ਪਰ ਦਿਨ ਚੜ੍ਹਨ ਚਾਨਣਾ ਹੋਣ ਤੋਂ ਪਹਿਲੇ ਨਿਕਲ ਚੱਲੋ। ਇਹ ਖਬਰ ਰਾਤ ਸਮੇਂ ਹੀ ਸੂਹੀਆਂ ਨੇ ਪਹੁੰਚਾਈ ਸੀ ਤੇ ਉਸੇ ਰਾਤ ਹੀ ਹਨੇਰੇ ਵਿੱਚ ਦੁਨੀ ਚੰਦ ਨੇ ਕੰਧ ਟੱਪ ਕੇ ਨੱਸ ਜਾਣ ਦਾ ਫੈਸਲਾ ਕਰ
ਲਿਆ। ਪਰ ਜਿਸ ਮੌਤ ਤੋਂ ਬਚਣ ਲਈ ਉਹ ਨੱਸਣ ਲੱਗਾ, ਉਹ ਉਸ ਨੂੰ ਉਸ ਦੇ ਘਰ ਉਡੀਕ ਰਹੀ ਸੀ। ਰੱਸਾ ਲਿਆਂਦਾ ਗਿਆ ਤੇ ਉਸ ਦੇ ਸਾਥੀ ਇੱਕ ਇੱਕ ਕਰਕੇ ਸੁਖੈਨ ਹੀ ਝਟਾਪਟ ਕਿਲ੍ਹੇ ਦੀ ਕੰਧ ਟੱਪ ਗਏ। ਪਰ ਕਾਇਰ ਬਣ ਕੇ ਮਰਨ ਵਾਲਾ ਦੁਨੀ ਚੰਦ ਦੀ ਇੱਥੇ ਹੀ ਬਦਸਗਣੀ ਹੋ ਗਈ। ਉਹ ਬਹੁਤ ਭਾਰਾ ਸੀ। ਹੋਰ ਤਾਂ ਰੱਸੇ ਨਾਲ ਲਮਕ ਕੇ ਤੇ ਨਿਕਲ ਗਏ, ਪਰ ਜਦ ਇਹ ਲਮਕਿਆ ਤਾਂ ਇਸ ਦੇ ਭਾਰ ਨਾਲ ਰੱਸਾ ਟੁੱਟ ਗਿਆ ਤੇ ਇਹ ਕੜਮ ਥੱਲੇ ਜਾ ਡਿੱਗਾ। ਡਿੱਗਦੇ ਹੀ ਬੇਮੁਖ ਦੀ ਲੱਤ ਟੁੱਟ ਗਈ ਤੇ ਹਾਏ ਹਾਏ ਕਰਨ ਲੱਗਾ। ਪਰ ਹੁਣ ਕੀ ਬਣ ਸਕਦਾ ਸੀ? ਸਾਥੀਆਂ ਨੇ ਸਹਾਰਾ ਦੇ ਕੇ ਅਨੰਦਪੁਰ ਦੀ ਹੱਦ ਵਿੱਚੋਂ ਭਾਰੇ ਸਰੀਰ ਵਾਲੇ ਦੁਨੀ ਚੰਦ ਨੂੰ ਮਸਾਂ ਹੀ ਲਿਆਂਦਾ, ਪਰ ਅੱਗੋਂ ਉਹਨਾਂ ਹਾਏ ਹਾਏ ਕਰਦੇ ਦੁਨੀ ਚੰਦ ਨੂੰ ਮੰਜੀ 'ਤੇ ਪਾ ਕੇ ਅੰਮ੍ਰਿਤਸਰ ਚੁੱਕ ਲਿਆਂਦਾ। ਇੱਥੇ ਉਸ ਨੂੰ ਛੱਡ ਕੇ ਸਿੰਘ ਘਰੋਂ ਘਰੀ ਚਲੇ ਗਏ ਤੇ ਦੁਨੀ ਚੰਦ ਹੁਣ ਸ਼ਰਮ ਦਾ ਮਾਰਾ ਕਿਸੇ ਨੂੰ ਕੀ ਦੱਸੇ। ਉਹ ਤੁਰ ਅੰਦਰ ਤੇ ਹਨੇਰੇ ਕਮਰੇ ਵਿੱਚ ਲੇਟ ਗਿਆ। ਭਾਵੇਂ ਉਸ ਦੀ ਸੇਵਾ ਹੋ ਰਹੀ ਸੀ, ਪਰ ਜੋ ਹੁਕਮ ਸੀ, ਜੋ ਕਲਮ ਵੜੀ ਹੋਈ ਸੀ, ਉਸ ਦਾ ਅੰਦੁਲੇ ਤੇ ਅਗਿਆਨੀ ਪੁਰਸ਼ ਨੂੰ ਕੀ ਪਤਾ ਲੱਗ ਸਕਦਾ ਹੈ। ਭਾਵੇਂ ਲੱਖਾਂ ਜੋਤਿਸ਼ ਤੇ ਟੇਵੇ ਲੁਆਏ, ਪਰ ਇਸ ਗੱਲ ਤੇ ਭੇਦ ਨੂੰ ਕੋਈ ਪਾ ਨਹੀਂ ਸਕਦਾ। ਥੋੜ੍ਹੀ ਮੱਤ ਵਾਲਾ ਹੋਣ ਕਰਕੇ, ਅੱਗੇ ਪਿੱਛੇ ਦੀ ਸੂਝ ਨਾ ਹੋਣ ਕਰਕੇ ਹੀ ਤਾਂ ਮਨੁੱਖ ਨੂੰ ਅੰਦੁਲਾ ਕਿਹਾ ਗਿਆ ਹੈ। ਹੋਰ ਜਿਨ੍ਹਾਂ ਦੀਆਂ ਅੱਖਾਂ ਨਹੀਂ, ਐਸੇ ਅੰਧਲੇ ਪੁਰਸ਼ ਨੂੰ ਕੇਵਲ ਉਹੀ ਅੰਨੇ ਜਾਪਦੇ ਹਨ, ਪਰ ਆਪਣੇ ਅੰਨੇਪੁਣੇ ਦਾ ਗਿਆਨ ਨਹੀਂ ਹੁੰਦਾ। ਇਹੀ ਗੱਲ ਦੁਨੀ ਚੰਦ ਨਾਲ ਹੋਈ। ਉਹ ਹਰ ਸਮੇਂ ਅੰਦਰ ਹੀ ਰਹੇ ਤੇ ਸ਼ਰਮ ਦਾ ਮਾਰਿਆ ਕਿਸੇ ਦੇ ਮੱਥੇ ਨਾ ਲੱਗੇ, ਪਰ ਕਾਲ ਸੱਪ ਦਾ ਰੂਪ ਬਣ ਕੇ ਉੱਥੇ ਹੀ ਉਸ ਦੀ ਜਾਨ ਲੈਣ ਲਈ ਆ ਪੁੱਜਾ। ਉਸ ਦੀ ਦਰਦ ਨਾਲ ਜਾਨ ਨਿਕਲ ਰਹੀ ਸੀ। ਪਿਸ਼ਾਬ ਕਰਨ ਲਈ ਉਸ ਮੰਜੇ ਤੋਂ ਥੱਲੇ ਪੈਰ ਰੱਖਿਆ ਹੀ ਸੀ ਕਿ ਜ਼ਹਿਰੀਲਾ ਸੱਪ ਨੇ ਹਨੇਰੇ ਵਿੱਚ ਪੈਰ 'ਤੇ ਡੰਗ ਮਾਰਿਆ। ਡੰਗ ਵੱਜਦੇ ਹੀ ਹਾਏ ਮੈਨੂੰ ਕੁਝ ਲੜ ਗਿਆ ਕਹਿੰਦਾ ਉਹ ਪੈਰ ਫੜ ਕੇ ਥੱਲੇ ਬਹਿ ਗਿਆ ਤੇ ਮਿੰਟਾਂ ਵਿੱਚ ਹੀ ਦਰਦ ਦੇ ਦੁੱਖ ਨਾਲ ਕੁਰਾਹ ਰਹੀ ਜਾਨ ਨੂੰ ਖਲਾਸੀ ਮਿਲ ਗਈ। ਉੱਧਰ ਜਦੋਂ ਗੁਰੂ ਜੀ ਨੂੰ ਖਬਰ ਮਿਲੀ ਕਿ ਦੁਨੀ ਚੰਦ ਨੱਸ ਗਿਆ ਹੈ, ਤਾਂ ਸਤਿਗੁਰੂ ਜੀ ਨੇ ਸੁਭਾਵਿਕ ਹੀ ਬਚਨ ਕੀਤਾ, ਜਿਸ ਮੌਤ ਤੋਂ ਡਰਦਾ ਨੱਠਾ ਹੈ, ਉਹ ਮੌਤ ਤਾਂ ਉਸ ਨੂੰ ਉੱਥੇ ਹੀ ਉਡੀਕ ਰਹੀ ਹੈ। ਸੋ ਇਸ ਤਰ੍ਹਾਂ ਦੁਨੀ ਚੰਦ ਨੇ ਭਾਈ ਸਾਲੋ ਦੀ ਕੁੱਖ ਨੂੰ ਕਲੰਕ ਲਾ ਦਿੱਤਾ ਤੇ ਇਹ ਗੱਲ ਬੱਚੇ ਬੱਚੇ ਦੀ ਜ਼ੁਬਾਨ 'ਤੇ ਆ ਗਈ। ਇੱਧਰ ਅਨੰਦਪੁਰ ਵਿੱਚ ਗੁਰੂ ਜੀ ਨੇ ਆਪਣੇ ਸੂਰਬੀਰ ਬਹਾਦਰ ਭਾਈ ਬਚਿੱਤਰ ਸਿੰਘ ਨੂੰ ਥਾਪਣਾ ਦਿੱਤੀ। ਨਾਗਣੀ ਬਰਛਾ ਤਿਰਖੀ ਤੇ ਵਲਾਂ ਵਾਲੀ ਨੋਕ ਵਾਲਾ ਭਾਈ ਬਚਿੱਤਰ ਸਿੰਘ ਨੂੰ ਦੇ ਕੇ ਮਸਤ ਹਾਥੀ ਦਾ ਮੁਕਾਬਲਾ ਕਰਨ ਲਈ ਭੇਜ ਦਿੱਤਾ। ਉੱਧਰੋਂ ਹਾਥੀ ਨੂੰ ਘੜਾ ਸ਼ਰਾਬ ਦਾ ਪਿਆ ਕੇ ਨਸ਼ੀਲਾ ਕਰ ਦਿੱਤਾ ਗਿਆ। ਉਸ ਦੇ ਉੱਪਰ ਤੇ ਆਸਾ ਪਾਸਾ ਸਾਰਾ ਹੀ ਲੋਹੇ ਨਾਲ ਤੇ ਲੋਹੇ ਦੇ ਜਾਲ ਸੰਜੋਆਂ ਨਾਲ ਮੜ ਦਿੱਤਾ ਗਿਆ, ਤਾਂ ਕਿ ਤੀਰ ਤੇ ਬੰਦੂਕ ਦੀ ਗੋਲੀ ਤੋਂ ਬਚਦਾ ਇਹ ਕਿਲ੍ਹੇ ਦੇ ਦਰਵਾਜ਼ੇ ਤੱਕ ਅੱਪੜ ਜਾਏ। ਉਸ ਦੇ ਮੱਥੇ ਉੱਤੇ ਕਈ ਲੋਹੇ ਦੇ ਤਵੇ ਬੰਨੇ ਗਏ ਸਨ, ਜਿਨ੍ਹਾਂ ਦੀਆਂ ਟੱਕਰਾਂ ਮਾਰ ਮਾਰ ਕੇ ਹਾਥੀ ਲੱਕੜ ਦੇ ਦਰਵਾਜ਼ਿਆਂ ਨੂੰ ਤੋੜ ਦੇਵੇ। ਹਾਥੀ ਦੀ ਸੁੰਡ ਵਿੱਚ ਤਲਵਾਰ ਪਕੜਾ ਦਿੱਤੀ ਗਈ ਕਿ ਉਸ ਦੀ ਤਲਵਾਰ ਨੇੜੇ ਆਉਣ ਵਾਲੇ ਨੂੰ ਸੁਖੈਨ ਹੀ ਟੁਕੜੇ ਟੁਕੜੇ ਕਰ ਦੇਵੇ। ਇਉਂ ਹਾਥੀ ਨੂੰ ਪੂਰੀ ਤਰ੍ਹਾਂ ਜੰਗੀ ਬਣਾ ਕੇ ਕਿਲ੍ਹੇ ਵੱਲ ਤੋਰ ਦਿੱਤਾ ਗਿਆ। ਪਹਾੜੀਏ ਬੜੇ ਖੁਸ਼ ਸਨ ਕਿ ਅੱਜ ਅਸਾਂ ਗੁਰੂ ਨੂੰ ਨਹੀਂ ਛੱਡਣਾ। ਹਾਥੀ ਨੇ ਕਿਲ੍ਹੇ ਦਾ ਵੱਡਾ ਦਰਵਾਜ਼ਾ ਟੁਕੜੇ ਟੁਕੜੇ ਕਰ ਦੇਣਾ ਹੈ ਤੇ ਅਸੀਂ ਝੱਟ ਹੀ ਕਿਲ੍ਹੇ ਵਿੱਚ ਜਾ ਕੇ ਤੇ ਗੁਰੂ ਜੀ ਨੂੰ ਜਿਉਂਦੇ ਫੜਾਂਗੇ ਤੇ ਪੂਰੀ ਕਤਲਾਮ ਕਰਾਂਗੇ। ਰਾਜਾ ਕੇਸਰੀ ਸਿੰਘ ਭੀਮ ਚੰਦ ਦਾ ਸਾਲਾ ਬੜੇ ਹੰਕਾਰ ਨਾਲ ਘੋੜੇ 'ਤੇ ਸਵਾਰ ਹੋ ਬਹੁਤ ਵੱਡੀ ਫੌਜ ਲੈ ਕੇ ਹਾਥੀ ਦੇ ਮਗਰ ਮਗਰ ਹੀ ਅੱਗੇ ਵਧਦਾ ਚਲਾ ਆਇਆ। ਕਿਲ੍ਹੇ ਦੇ ਬਾਹਰ ਜਿੱਥੇ ਸਿੰਘਾਂ ਦੇ ਮੋਰਚੇ ਸਨ, ਹਾਥੀ ਜਦ ਵੱਧਦਾ ਇਹਨਾਂ ਮੋਰਚਿਆਂ ਦੇ ਬਿਲਕੁਲ ਹੀ ਉੱਪਰ ਆ ਚੜ੍ਹਿਆ ਤਾਂ ਇੱਧਰੋਂ ਝੱਟ ਹੀ ਭਾਈ ਬਚਿੱਤਰ ਸਿੰਘ ਜੀ ਗੁਰੂ ਜੀ ਦੀ ਆਗਿਆ ਤੇ ਆਸ਼ੀਰਵਾਦ ਪ੍ਰਾਪਤ ਕਰਕੇ ਹੱਥ ਵਿੱਚ ਨਾਗਣੀ ਬਰਛਾ ਸੰਭਾਲੀ ਝੱਟ ਹੀ ਕਿਲ੍ਹੇ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਬਾਹਰ ਨਿਕਲੇ। ਭਾਈ ਬਚਿੱਤਰ ਸਿੰਘ ਜੀ ਦੇ ਨਾਲ 1000 ਸਿੰਘ ਭਾਈ ਉਦੇ ਸਿੰਘ ਜੀ ਦੀ ਜਥੇਦਾਰੀ ਹੇਠ ਕੇਸਰੀ ਸਿੰਘ ਦਾ ਮੁਕਾਬਲਾ ਕਰਨ ਲਈ ਭੇਜਿਆ।
ਕੇਸਰੀ ਸਿੰਘ ਨੇ ਅੱਜ ਹਾਥੀ ਦੇ ਮਗਰ ਤੁਰਨ ਸਮੇਂ ਸਹੁੰ ਖਾਧੀ ਸੀ ਕਿ ਜਾਂ ਗੁਰੂ ਨੂੰ ਮਾਰ ਕੇ ਫਤਿਹ ਪ੍ਰਾਪਤ ਕਰਾਂਗਾ ਜਾਂ ਮਰਾਂਗਾ। ਠੀਕ ਹੈ, ਉਸ ਹੰਕਾਰੀ ਜ਼ਿੰਦਗੀ ਦਾ ਅੱਜ ਆਖਰੀ ਦਿਨ ਸੀ। ਪਹਾੜੀਏ ਬੜੇ ਚਾਮਲੇ ਤੇ ਮਛਰੇ ਹੋਏ ਅੱਗੇ ਆ ਰਹੇ ਸਨ ਕਿ ਭਾਈ ਬਚਿੱਤਰ ਸਿੰਘ ਜੀ ਗੁਰੂ ਬਲ ਦੇ ਸਹਾਰੇ ਕਿਲਿਓਂ ਬਾਹਰ ਨਿਕਲ ਪਏ। ਉਹ ਬਾਰ-ਬਾਰ ਕਹਿ ਰਿਹਾ ਸੀ, ਹੇ ਸਤਿਗੁਰੂ ਜੀਓ, ਅਸੀਂ ਤਾਂ ਇਹ ਬਹਾਨਾ ਹਾਂ, ਸਭ ਕੁਝ ਕਾਰਨਹਾਰ ਤਾਂ ਆਪ ਹੋ। ਸਰਬ ਸ਼ਕਤੀਆਂ ਦੇ ਮਾਲਕ, ਜੋ ਕਰਵਾਓਗੇ ਉਹ ਹੋ ਜਾਵੇਗਾ। ਅਸੀਂ ਤਾਂ ਉਹਨਾਂ ਦੇ ਹੁਕਮੀ ਸਿੱਖ ਹਾਂ, ਸਿਰ ਦੇ ਕੇ ਸਿੰਘ ਬਣੇ ਹਾਂ। ਫਿਰ ਸਾਨੂੰ ਕੀ ਚਿੰਤਾ ਹੈ? ਜੋ ਸਤਿਗੁਰੂ ਜੀ ਕਰਨਗੇ ਉਹੀ ਕੁਝ ਹੋਵੇਗਾ। ਸੱਚਮੁੱਚ ਹੀ ਸਤਿਗੁਰੂ ਜੀ ਨੇ ਇੱਕੋ ਹੀ ਥਾਪੜਾ ਦੇ ਕੇ ਉਹ ਸ਼ਕਤੀ ਤੇ ਬਲ ਦੇ ਦਿੱਤਾ ਸੀ ਕਿ ਲੋਹੇ ਨੂੰ ਵੀ ਤੋੜਨ ਤੇ ਕੱਟ ਦੇਣ ਵਾਲਾ ਸੀ। ਉਸ ਦਾ ਘੋੜਾ ਵੀ ਸਵਾਰ ਹੁੰਦੇ ਹੀ ਮਹਾਨ ਬਲ ਵਾਲਾ ਹੋ ਗਿਆ ਤੇ ਇੰਨੀਆਂ ਛਾਲਾਂ ਮਾਰ ਇੱਧਰ ਉੱਧਰ ਦੌੜਨ ਲੱਗਾ ਕਿ ਜਿਵੇਂ ਛਾਲ ਮਾਰ ਕੇ ਹਾਥੀ ਦੇ ਉੱਪਰ ਹੀ ਜਾ ਚੜ੍ਹੇਗਾ। ਸੋ ਕਿਲਿਓਂ ਨਿਕਲਦੇ ਹੀ ਸਿੰਘਾਂ ਨੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡੇ ਤੇ ਸਿੱਧੇ ਹਾਥੀ ਵੱਲ ਹੀ ਹੋ ਪਏ। ਹਾਥੀ ਅੰਨੇ ਹੋਏ ਸ਼ਰਾਬੀ ਵਾਂਗ ਗੋਲੀਆਂ ਤੀਰਾਂ ਨਾਲ ਟਕਰਾਉਂਦਾ ਅੱਗੇ ਵੱਧਦਾ ਆ ਰਿਹਾ ਸੀ ਤੇ ਸਿੰਘ ਚਾਹੁੰਦੇ ਸਨ ਕਿ ਇਸ ਨੂੰ ਕਿਲੇ ਤੋਂ ਦੂਰ ਹੀ ਰੋਕ ਦਿੱਤਾ ਜਾਏ। ਸੋ ਗੁਰੂ ਕਾ ਵੀਰ ਬਹਾਦਰ ਸਿੰਘ ਬਰਛੇ ਨੂੰ ਸੰਭਾਲਦਾ ਅੱਗੇ ਵਧਿਆ। ਹਾਥੀ ਦੇ ਮੱਥੇ ਤੇ ਮੋਟੇ-ਮੋਟੇ 7 ਤਵੇ ਬੰਨੇ ਹੋਏ ਸਨ, ਪਰ ਗੁਰੂ ਜੀ ਦੇ ਬਖਸ਼ੇ ਬਰਛੇ ਨੂੰ ਜਾਂਦੇ ਹੀ ਹਾਥੀ ਦੇ ਮੱਥੇ ਵਿੱਚ ਐਸਾ ਜ਼ੋਰ ਨਾਲ ਮਾਰਿਆ ਕਿ 7 ਤਵੀਆਂ ਨੂੰ ਵਿੰਨ੍ਹ ਕੇ ਬਰਛਾ ਹਾਥੀ ਦੇ ਮੱਥੇ ਵਿੱਚ ਜਾ ਖੁੱਭਿਆ। ਮਨੁੱਖ ਦੀ ਸ਼ਕਤੀ ਨਹੀਂ ਕਿ ਅੱਧੇ ਫੁੱਟ ਤੋਂ ਜ਼ਿਆਦਾ ਮੋਟੇ ਲੋਹੇ ਨੂੰ ਵਿੰਨ੍ਹ ਸਕੇ, ਪਰ ਗੁਰੂ ਜੀ ਦੇ ਹੱਥ ਤੇ ਬਖਸ਼ੇ ਬਰਛੇ ਨੇ ਲੋਹਾ ਵਿੰਨ੍ਹ ਕੇ ਅੱਗੇ ਹਾਥੀ ਦਾ ਮੱਥਾ ਵੀ ਵਿੰਨ੍ਹ ਦਿੱਤਾ। ਮੱਥੇ ਤੱਕ ਧੱਸੇ ਬਰਛੇ ਨੂੰ ਬਾਹਰ ਕੱਢਣਾ ਤਾਂ ਉਦੋਂ ਵੀ ਔਖਾ ਸੀ, ਪਰ ਜੋਸ਼ ਵਿੱਚ ਭਾਈ ਬਚਿੱਤਰ ਸਿੰਘ ਨੇ ਖੁੱਭਿਆ ਬਰਛਾ ਪੁੱਟ ਲਿਆ ਤੇ ਬਾਹਰ ਖਿੱਚ ਲਿਆ। ਹਾਥੀ ਦੇ ਮੱਥੇ ਵਿੱਚੋਂ ਲਹੂ ਵਗ ਤੁਰਿਆ। ਉਸ ਦੀ ਸ਼ਰਾਬ ਲੱਥ ਗਈ ਤੇ ਹੁਣ ਉਹ ਪੀੜ ਨਾਲ ਵਿਆਕੁਲ ਹੋ ਕੇ ਦਿੰਗਾੜਿਆ ਤੇ ਉੱਥੋਂ ਪਿੱਛੇ ਮੁੜ ਪਿਆ। ਪਿੱਛੇ ਉਸ ਦੇ ਪਹਾੜੀ ਫੌਜਾਂ ਦਾ ਕਟਕ ਸੀ। ਇਹ ਹਾਥੀ ਹੁਣ ਉਹਨਾਂ ਨੂੰ ਹੀ ਤਲਵਾਰ ਨਾਲ ਕੱਟਣ ਤੇ ਪੈਰਾਂ ਨਾਲ ਦਲਣ ਮਲਣ ਲੱਗਾ। ਹਾਥੀ ਉੱਤੇ ਰਤਵਾਨ ਸੀ, ਉਸ ਨੂੰ ਵੀ ਸਿੰਗਾਂ ਮਾਰ ਕੇ ਥੱਲੇ ਸੁੱਟ ਦਿੱਤਾ। ਹੁਣ ਪਹਾੜੀਆਂ ਨੂੰ ਲੈਣੇ ਦੇ ਦੇਣੇ ਪੈ ਗਏ। ਜਿਵੇਂ ਖੁਸ਼ ਤੇ ਬੜੇ ਉਤਸ਼ਾਹ ਨਾਲ ਉਹ ਹਾਥੀ ਦੇ ਮਗਰੇ ਅੱਗੇ ਵੱਧ ਆਏ ਸਨ, ਉਵੇਂ ਹੀ ਹਾਥੀ ਦਾ ਮੂੰਹ ਪਿੱਛੇ ਹੋਣ ਤੇ ਸਿੰਘ ਤੇਗਾਂ ਧੂ ਕੇ ਉਹਨਾਂ ਦੇ ਮਗਰ ਲੱਗ ਗਏ ਤੇ ਤਲਵਾਰਾਂ ਲਹੂ ਵਿੱਚ ਨਾਉਣ ਲੱਗੀਆਂ। ਭਾਈ ਉਦੇ ਸਿੰਘ ਤੇ ਆਲਮ ਸਿੰਘ ਕੇਸਰੀ ਸਿੰਘ ਵੱਲ ਹੋਏ, ਜੋ ਇਸ ਸਾਰੇ ਉਪਦਰਵ ਦੀ ਜੜ੍ਹ ਸੀ। ਪਰ ਹਾਥੀ ਦੀ ਸ਼ਹਿ ਤੇ ਲੜਦਾ ਤੇ ਅੱਗੇ ਵਧਣ ਵਾਲਾ ਕੇਸਰੀ ਸਿੰਘ ਕੁਝ ਪਲ ਵੀ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ ਤੇ ਭਾਈ ਉਦੇ ਸਿੰਘ ਨੇ ਉਸ ਦਾ ਸਿਰ ਕੱਟ ਕੇ ਨੇਜੇ ਤੇ ਟੰਗ ਲਿਆ। ਇਸ ਵੇਲੇ ਸਿੰਘ ਇੰਨੇ ਜੋਸ਼ ਤੇ ਵੀਰਤਾ ਨਾਲ ਲੜੇ ਕਿ ਮੀਲਾਂ ਤੱਕ ਪਹਾੜੀਆਂ ਨੂੰ ਤਹਿ ਤੇਗ ਕਰਦੇ ਉਹਨਾਂ ਦੇ ਪਿੱਛੇ ਅੱਗੇ ਵੱਧ ਗਏ। ਸਾਹਿਬਜ਼ਾਦਾ ਅਜੀਤ ਸਿੰਘ ਦਾ ਘੋੜਾ ਇਸ ਸਮੇਂ ਮਾਰਿਆ ਗਿਆ, ਪਰ ਉਹ ਫੁਰਤੀ ਨਾਲ ਹੋਰ ਘੋੜੇ ਤੇ ਚੜ੍ਹ ਗਏ ਤੇ ਬਚ ਗਏ ਤੇ ਕੇਸਰੀ ਸਿੰਘ ਦੇ ਮਰਦੇ ਹੀ ਪਹਾੜੀਆਂ ਦੇ ਹੌਸਲੇ ਟੁੱਟ ਗਏ ਸਨ ਤੇ ਇਸ ਲੜਾਈ ਵਿੱਚ ਉਹਨਾਂ ਦਾ ਵੱਡਾ ਜਾਨੀ ਨੁਕਸਾਨ ਹੋਇਆ। ਬੇਅੰਤ ਹਥਿਆਰ ਤੇ ਘੋੜੇ ਸਿੰਘਾਂ ਨੇ ਖੋਹੇ। ਕੇਸਰੀ ਸਿੰਘ ਦੇ ਸਿਰ ਨੂੰ ਭਾਈ ਉਦੇ ਸਿੰਘ ਕੱਟ ਕੇ ਲੈ ਆਇਆ ਸੀ, ਜੋ ਪਹਾੜੀਆਂ ਦੇ ਤਰਲੇ ਕਰਨ ਤੇ ਵਾਪਸ ਕਰ ਦਿੱਤਾ ਗਿਆ। ਪਹਾੜੀਆਂ ਨੇ ਅਨੰਦਪੁਰ ਨੂੰ ਘੇਰਾ ਪਾਉਣਾ। ਦੂਜੇ ਦਿਨ ਸਭੇ ਰਾਜੇ ਕਈ ਮੀਲਾਂ ਦੂਰ ਰਾਜੇ ਅਜਮੇਰ ਸਿੰਘ ਭੀਮ ਚੰਦ ਦੇ ਪੁੱਤਰ ਕੋਲ ਇਕੱਠੇ ਹੋਏ। ਕੇਸਰੀ ਸਿੰਘ ਉਸ ਦੇ ਮਾਮੇ ਦੇ ਮਰਨ ਦਾ ਅਫਸੋਸ ਕਰ ਰਹੇ ਸਨ ਕਿ ਘੁਮੰਡ ਚੰਦ ਕੁਟੀਚੀਏ ਨੇ ਕੇਸਰੀ ਸਿੰਘ ਦੀ ਥਾਂ ਜੰਗ ਕਰਨ ਦੀ ਕਮਾਨ ਸਾਂਭਣ ਦਾ ਐਲਾਨ ਕਰ ਦਿੱਤਾ। ਘੁਮੰਡ ਚੰਦ ਨੇ ਸੱਚਮੁੱਚ ਹੀ 2 ਦਿਨ ਬੜੀ ਲੜਾਈ ਕੀਤੀ। ਕਦੀ ਉਸਨੇ ਸਿੰਘਾਂ ਨੂੰ ਪਿੱਛੇ ਧੱਕ ਦਿੱਤਾ ਤੇ ਕਦੀ ਸਿੰਘਾਂ ਦਾ ਜ਼ੋਰ ਪਿਆ ਤਾਂ ਉਹਨਾਂ ਪਿੱਛੇ ਧੱਕ ਦਿੱਤਾ।
ਤੇ ਕਦੀ ਸਿੰਘਾਂ ਦਾ ਜ਼ੋਰ ਪਿਆ ਤਾਂ ਉਹ ਪਿੱਛੇ ਹਟ ਜਾਂਦਾ ਰਿਹਾ। ਪਰ ਲੜਾਈ ਲਮਕ ਗਈ ਤੇ 15-20 ਦਿਨ ਇਸੇ ਤਰ੍ਹਾਂ ਹੀ ਲੰਘ ਗਏ। ਉੱਧਰੋਂ ਗੁਰਸਿੱਖ ਗੁਰੂ ਜੀ ਨੂੰ ਸੀਸ ਦੇਣ ਵਾਲੇ ਆਪੇ ਹੀ ਚਲੇ ਆਉਣ। ਭੇਟਾਵਾਂ ਤੇ ਰਾਸ਼ਨ ਪਾਣੀ ਦੇ ਗੱਡਿਆਂ ਦੇ ਗੱਡੇ ਤੁਰੀ ਆਉਣ। ਪਰ ਰਾਜਿਆਂ ਦਾ ਖਰਚ ਤੇ ਨੁਕਸਾਨ ਬਥੇਰਾ ਹੋ ਰਿਹਾ ਸੀ। ਪਰ ਜਿਨ੍ਹਾਂ ਰਾਜਿਆਂ ਨੂੰ ਬਾਦਸ਼ਾਹੀ ਚੁੱਕ ਕੇ ਮਾਲੀਆ ਨਾ ਦੇਣ, ਸਗੋਂ ਇਨਾਮ ਮਿਲਣ ਦੀ ਲਾਲਸਾ ਲੱਗੀ ਸੀ, ਉਹਨਾਂ ਨੂੰ ਤਾਂ ਇਹੋ ਗੱਲ ਗੁਰੂ ਜੀ ਵਿਰੁੱਧ ਲੜਾ ਰਹੀ ਸੀ। ਲਮਕੀ ਲੜਾਈ ਨਾਲ ਭਾਵੇਂ ਉਹਨਾਂ ਨੂੰ ਨੁਕਸਾਨ ਸੀ ਤੇ ਉਹ ਵੇਖ ਰਹੇ ਸਨ ਕਿ ਸਿੱਖ ਜਿੰਨੇ ਕੁ ਅਸੀਂ ਮਾਰਦੇ ਹਾਂ ਓਨੇ ਕੁ ਹੋਰ ਆਈ ਜਾ ਰਹੇ ਹਨ। ਪਰ ਫਿਰ ਵੀ ਉਹਨਾਂ ਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਸਿੱਖ ਇਕੱਠੇ ਨਾ ਕਰੋ, ਸਾਨੂੰ ਕੁਝ ਸਾਲਾਨਾ ਕਰ ਮਾਮਲਾ ਦੇਣਾ ਮੰਨ ਕੇ ਸਾਡੇ ਨਾਲ ਸੁਲਾਹ ਕਰ ਲਓ, ਅਸੀਂ ਮੋਰਚੇ ਛੱਡ ਕੇ ਅੱਜ ਹੀ ਤੁਰ ਜਾਂਦੇ ਹਾਂ। ਪਰ ਗੁਰੂ ਜੀ ਦਾ ਜਵਾਬ ਉਹੀ ਸੀ ਜੋ ਪਹਿਲੇ ਦਿੱਤਾ ਸੀ, ਤੁਸੀਂ ਮਾਮਲਾ ਚਾਹੁੰਦੇ ਹੋ, ਉਹ ਵੀ ਸਾਲ ਮਗਰੋਂ, ਪਰ ਅਸੀਂ ਤੁਹਾਨੂੰ ਮਾਮਲਾ ਰੋਜ਼ ਹੀ ਤਾਰ ਰਹੇ ਹਾਂ। ਤੇਗਾਂ ਤੀਰਾਂ ਦੀ ਦੌਲਤ ਵਰਤਾਈ ਜਾ ਰਹੀ ਹੈ, ਹੋਰ ਮਾਇਆ ਸਾਡੇ ਕੋਲ ਨਹੀਂ ਹੈ। ਸਿੱਖ ਹੀ ਮਾਇਆ ਲਿਆਉਣ ਵਾਲੇ ਹਨ, ਸਿੱਖ ਹੀ ਛਕਣ ਵਾਲੇ ਹਨ। ਜੇ ਤੁਸਾਂ ਹੀ ਛਕਣੀ ਹੈ ਤਾਂ ਸਿੱਖ ਬਣ ਕੇ ਛਕ ਲਓ, ਹੋਰ ਤਾਂ ਕੋਈ ਰਸਤਾ ਹੈ ਨਹੀਂ ਜਿਸ ਨਾਲ ਸਾਥੋਂ ਤੁਸੀਂ ਕੁਝ ਪ੍ਰਾਪਤ ਕਰੋ। ਬਾਕੀ ਲੜਨੋਂ ਅਸੀਂ ਨਹੀਂ ਡਰਦੇ। ਜਦ ਤੱਕ ਤੁਹਾਡੇ ਮਨ ਵਿੱਚ ਸਾਨੂੰ ਜ਼ੇਰ ਕਰਨ ਤੇ ਦਬਾਉਣ ਦੀ ਲਾਲਸਾ ਹੈ, ਅਸੀਂ ਤੇਗ ਤਲਵਾਰ ਤੇ ਬੰਦੂਕਾਂ ਤੀਰਾਂ ਨਾਲ ਤੁਹਾਡੇ ਹੰਕਾਰ ਨੂੰ ਤੋੜਦੇ ਹੀ ਰਹਾਂਗੇ। ਤੁਹਾਨੂੰ ਦੁਨਿਆਵੀ ਪਾਤਸ਼ਾਹ ਦੀ ਕੋਈ ਓਟ ਤੇ ਆਸਰਾ ਸਹਾਰਾ ਹੋਵੇਗਾ, ਪਰ ਸਾਡਾ ਸਹਾਰਾ ਤਾਂ ਇੱਕ ਅਕਾਲ ਪੁਰਖ ਹੀ ਹੈ ਜੋ ਸਭ ਸ੍ਰਿਸ਼ਟੀ ਦਾ ਕਰਤਾ ਹੈ। ਸਾਨੂੰ ਉਸੇ ਦੀ ਥਾਪਣਾ ਹੈ, ਉਸੇ ਦੀ ਪ੍ਰੇਰਨਾ ਹੈ। ਬਾਕੀ ਸਿੱਖ ਸਾਡੇ ਪ੍ਰਾਣ ਹਨ, ਨਾ ਉਹ ਸਾਡੇ ਬਿਨਾਂ ਰਹਿਣਗੇ ਤੇ ਨਾ ਹੀ ਅਸੀਂ। ਇਹ ਜਵਾਬ ਸੁਣ ਕੇ ਰੋਜ਼ ਦੀ ਕਟਾ ਵੱਢ ਤੋਂ ਤੰਗ ਆਏ ਰਾਜੇ ਇਹ ਸਲਾਹਾਂ ਕਰਨ ਲੱਗੇ ਕਿ ਬਾਦਸ਼ਾਹੀ ਫੌਜ ਮੰਗਵਾ ਕੇ ਅਨੰਦਪੁਰ ਨੂੰ ਪੱਕਾ ਘੇਰਾ ਪਵਾ ਦਈਏ ਤਾਂ ਭੁੱਖੇ ਮਰਦੇ ਸਿੱਖ ਤੇ ਗੁਰੂ ਆਪੇ ਹੀ ਕਿਲ੍ਹਾ ਛੱਡ ਕੇ ਚਲੇ ਜਾਣਗੇ। ਪਰ ਇਸ ਗੱਲ ਦਾ ਉਸੇ ਵੇਲੇ ਹੀ ਕਈਆਂ ਨੇ ਮੁਖਾਵਤ ਵੀ ਕੀਤੀ ਕਿ ਜੇ ਸ਼ਾਹੀ ਫੌਜ ਨੂੰ ਬੁਲਾਓਗੇ ਤਾਂ ਉਸ ਦਾ ਖਰਚਾ ਕੌਣ ਦੇਵੇਗਾ? ਇਸ ਤਰ੍ਹਾਂ ਆਪਣੇ ਇਲਾਕੇ ਨੂੰ ਹੋਰ ਤਬਾਹ ਤੇ ਬਰਬਾਦ ਕਰ ਲਵੋਗੇ। ਕੀ ਪਤਾ ਗੁਰੂ ਕਿੰਨਾ ਚਿਰ ਅੜਿਆ ਰਹੇ। ਹਾਲੇ ਤਾਂ 20-22 ਦਿਨ ਹੀ ਹੋਏ ਹਨ ਤੇ ਨੱਕ ਵਿੱਚ ਦਮ ਆਇਆ ਹੈ। ਪਰ ਜੇ ਮਹੀਨਿਆਂ ਦਾ ਬੋਝ ਸਿਰ ਤੇ ਪੈ ਗਿਆ ਤਾਂ ਫਿਰ ਕੀ ਕਰੋਗੇ? ਇਸ ਸਲਾਹ ਦੇ ਦੇਣ ਵਿੱਚ ਪੰਮੇ ਵਜ਼ੀਰ ਦਾ ਬਹੁਤ ਹਿੱਸਾ ਸੀ। ਪਰ ਹੁਣ ਇਸ ਹਾਲਤ ਵਿੱਚ ਕੀਤਾ ਕੀ ਜਾਵੇ? ਨਾ ਤਾਂ ਲੜਿਆ ਹੀ ਗੱਲ ਬਣਦੀ ਹੈ ਤੇ ਨਾ ਲੜਿਆ। ਜੇ ਨਹੀਂ ਲੜਦੇ ਤਾਂ ਹੇਠੀ ਤੇ ਅਪਮਾਨ ਹੁੰਦਾ ਹੈ। ਸੋ ਹੁਣ ਕੀ ਹੋਵੇ? ਰਾਜੇ ਇਹੋ ਜਿਹੀਆਂ ਸੋਚਾਂ ਵਿੱਚ ਡੁੱਬੇ ਪਏ ਸਨ ਕਿ ਚਾਤਰ ਤੇ ਕਪਟੀ ਪੰਮੇ ਨੇ ਇੱਕ ਸਲਾਹ ਦਿੰਦਿਆਂ ਕਿਹਾ, ਜੇ ਮੇਰੀ ਸਲਾਹ ਮੰਨੋ ਤਾਂ ਇਸ ਦਾ ਹੱਲ ਜ਼ਰੂਰ ਨਿਕਲ ਆਏਗਾ। ਉਸ ਦੀ ਸਲਾਹ ਇਹ ਸੀ, ਗੁਰੂ ਧਰਮੀ ਹਨ, ਉਹ ਧਰਮ ਦਾ ਵਾਸਤਾ ਪਾਇਆ ਜ਼ਰੂਰ ਹੀ ਸਾਡੀ ਗੱਲ ਮੰਨ ਜਾਣਗੇ। ਅਸੀਂ ਇੱਕ ਆਟੇ ਦੀ ਗਊ ਬਣਾ ਕੇ ਕਿਲ੍ਹਾ ਲੋਹਗੜ੍ਹ ਦੇ ਅੱਗੇ ਰਾਤ ਸਮੇਂ ਪੋਚਾ ਫੇਰ ਕੇ ਰੱਖ ਆਈਏ, ਨਾਲ ਲਿਖ ਕੇ ਰੱਖ ਆਈਏ ਕਿ ਇਸ ਗਊ ਦੀ ਸਾਨੂੰ ਕਸਮ ਹੈ, ਜੇ ਅਸੀਂ ਮੁੜ ਤੁਹਾਡੇ ਨਾਲ ਲੜੀਏ, ਜੇ ਤੁਸੀਂ ਇੱਕ ਵਾਰ ਇਹ ਥਾਂ ਛੱਡ ਜਾਓ, ਅਸੀਂ ਬੜੇ ਮੂਰਖ ਹਾਂ ਜੋ ਹਿੰਦੂ ਧਰਮ ਦੇ ਰਕਸ਼ਕ ਗੁਰੂ ਨਾਲ ਲੜ ਭਿੜ ਰਹੇ ਹਾਂ। ਪਰ ਹੁਣ ਇਸ ਗਲਤੀ ਦਾ ਹੱਲ ਇਹ ਹੈ ਕਿ ਸਾਡੀ ਇੱਜ਼ਤ ਵੀ ਬਚ ਰਹੇਗੀ ਤੇ ਝਗੜਾ ਵੀ ਮਿਟ ਜਾਵੇਗਾ। ਜੇ ਤੁਸੀਂ ਇੱਕ ਵਾਰ ਕਿਲ੍ਹਾ ਖਾਲੀ ਕਰਕੇ ਅਨੰਦਪੁਰੋਂ ਚਲੇ ਜਾਓ, ਇਸ ਮਗਰੋਂ ਜਿੱਥੇ ਮਰਜ਼ੀ ਹੈ ਫਿਰੋ ਤੁਰੋ, ਅਸੀਂ ਤੁਹਾਨੂੰ ਕੋਈ ਰੋਕ ਨਹੀਂ ਪਾਵਾਂਗੇ, ਨਾ ਹੀ ਤੁਹਾਡੇ ਸਿੱਖਾਂ ਨਾਲ ਛੇੜਖਾਨੀ ਕਰਾਂਗੇ। ਅਸੀਂ ਗਊ ਗਾਇਤਰੀ ਦੇ ਵੇਦਾਂ ਪੁਰਾਣਾਂ ਦੀ ਕਸਮ ਖਾ ਕੇ ਇਹ ਗੱਲ ਤੁਹਾਨੂੰ ਆਖ ਰਹੇ ਹਾਂ। ਅਸੀਂ ਤਾਂ ਗੁਰੂ ਘਰ ਨਾਲ ਅਮਨ ਰੱਖਣ ਦੇ ਚਾਹਵਾਨ ਹਾਂ।
ਕੁਝ ਗਲਤਫਹਿਮੀਆਂ ਕਰਕੇ ਇਹ ਜੇ ਲੜਾਈ ਛਿੜ ਗਈ ਹੈ, ਇਹ ਹੁਣ ਇਸ ਤਰੀਕੇ ਨਾਲ ਖਤਮ ਹੋਵੇ ਤਾਂ ਸਾਡੀ ਰਹਿ ਆਉਂਦੀ ਹੈ। ਸੋ ਇੱਕ ਵਾਰ ਤੁਸੀਂ ਅਨੰਦਪੁਰੋਂ ਚਲੇ ਜਾਓ, ਫਿਰ ਭਾਵੇਂ ਕੁਝ ਦਿਨਾਂ ਮਗਰੋਂ ਇੱਥੇ ਹੀ ਆ ਠਹਿਰਨਾ। ਅਸੀਂ ਤੁਹਾਡੇ ਧਰਮ ਦਾ ਵਾਸਤਾ ਪਾ ਕੇ, ਗਊ ਮਾਤਾ ਦੀ ਸਹੁੰ ਖਾ ਕੇ ਸੱਚੇ ਦਿਲ ਨਾਲ ਆਖਦੇ ਹਾਂ, ਅਸੀਂ ਤੁਹਾਡੇ ਨਾਲ ਹੁਣ ਬਿਲਕੁਲ ਹੀ ਲੜਨਾ ਨਹੀਂ ਚਾਹੁੰਦੇ, ਘਰੋਂ ਘਰੀ ਵਾਪਸ ਜਾਣਾ ਚਾਹੁੰਦੇ ਹਾਂ। ਪਰ ਜੇ ਤੁਸੀਂ ਸਾਡੀ ਗੱਲ ਮੰਨ ਲਵੋ ਤੇ ਇੱਕ ਵਾਰੀ ਅਨੰਦਪੁਰ ਖਾਲੀ ਕਰ ਜਾਵੋ। ਇਹ ਤਰਲੇ ਤਾਂ ਸਨ, ਪਰ ਚਲਾਕੀਆਂ ਵਾਲੇ ਸਨ। ਗੁਰੂ ਜੀ ਇਹਨਾਂ ਪਹਾੜੀਆਂ ਦੇ ਛਲ ਕਪਟ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਸਨ। ਪਰ ਜਦੋਂ ਸਵੇਰੇ ਇਸ ਆਟੇ ਦੀ ਗਊ ਬਣਾ ਕੇ, ਗਊ ਦੀ ਸਹੁੰ ਪਾ ਕੇ ਕਿਲ੍ਹਾ ਖਾਲੀ ਕਰ ਜਾਣ ਵਾਲੀ ਪੱਤਰਕਾ ਸਭ ਨੇ ਸੁਣੀ ਤਾਂ ਝੱਟ ਹੀ ਲੜਾਈ ਤੋਂ ਘਾਬਰਨ ਤੇ ਜੰਗ ਤੋਂ ਤੰਗ ਆਏ ਸਿੰਘਾਂ ਦੀ ਇਹ ਰਾਏ ਹੋ ਗਈ ਕਿ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ ਤੇ ਰਾਜਿਆਂ ਨੂੰ ਸਲਾਹ ਸਫਾਈ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਪਰ ਗੁਰੂ ਦੇ ਸੱਚੇ ਤੇ ਗੁਰੂ ਲਈ ਆਪਾ ਵਾਰਨ ਵਾਲੇ ਸਿੰਘ ਗੁਰੂ ਜੀ ਦੀ ਰਾਏ ਦੇ ਸਨ ਕਿ ਪਹਾੜੀਏ ਝੂਠ ਮਾਰਦੇ ਹਨ, ਇਹਨਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਰ ਅਖੀਰ ਧਰਮ ਧੁਰੰਤਰ ਸਤਿਗੁਰੂ ਜੀ ਨੇ ਰਾਜਿਆਂ ਦੇ ਖੋਟ ਨੂੰ ਸਮਝਿਆ ਵੀ ਉਹਨਾਂ ਨੂੰ ਪਰਖਣਾ ਮਨਜ਼ੂਰ ਕਰ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ। ਕੁਝ ਜੰਗੀ ਸਿੰਘ ਅਨੰਦਪੁਰ ਦੇ ਕਿਲ੍ਹਿਆਂ ਦੀ ਸੰਭਾਲ ਲਈ ਉੱਥੇ ਛੱਡ ਦਿੱਤੇ। ਇਸ ਤਰ੍ਹਾਂ ਦੇ ਪ੍ਰਬੰਧ ਕਰ ਕੇ ਗੁਰੂ ਜੀ ਬਾਹਰ ਨਿਕਲ ਆਏ।